दुख सुख मनाई। सचमुच असीं इवें कर सकते हाँ? ਅਸੀਂ ਸੁੱਖਾਂ ਵਿੱਚ ਤਾਂ ਬੜੇ ਖੁਸ਼ ਹਾਂ। ਜੇ ਦੁੱਖ ਦੀ ਮਾੜੀ ਜਿਹੀ ਘੜੀ ਆ ਜਾਏ ਕਹਿੰਦੇ ਰੱਬ ਦਾ ਪਤਾ ਨਹੀਂ ਅਸੀਂ ਕੀ ਮਹਾਂਪੁਰਖੇ ਨੇ ਪਤਾ ਨਹੀਂ ਕੀ ਨੁਕਸਾਨ ਕੀਤਾ ਹੈ। ਮੈਂ ਤਾਂ ਕਦੀ ਕਿਸੇ ਦਾ ਬੁਰਾ ਨਹੀਂ ਕੀਤਾ, ਮੈਨੂੰ ਪਤਾ ਨਹੀਂ ਕਿਉਂ ਇਹ ਦੁੱਖ ਆ ਗਿਆ। ਪਰੇਸ਼ਾਨ ਹੋ ਜਾਂਦੇ ਹਾਂ, ਦੁਖੀ ਹੋ ਜਾਂਦੇ ਹਾਂ। ਪਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕੀ ਕਹਿ ਕੇ ਗਏ ਨੇ? ਉਹ ਕਹਿੰਦੇ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਤਾਂ ਵੀ ਸ਼ੁਕਰ ਕਰ ਰਹੇ ਹਨ, ਤਾਂ ਵੀ ਯਾਦ ਕਰ ਰਹੇ ਹਨ, ਤਾਂ ਵੀ ਹੱਸ ਰਹੇ ਹਨ। ਜੇ ਭੁੱਖ ਦੇ ਤਾਂ ਇੱਕ ਹੀ ਰਾਜਾ। ਅੱਜ ਭੁੱਖ ਹੈ, ਅੱਜ ਗਰੀਬੀ ਹੈ ਤੇ ਕਿਆ ਰੁੱਖੋ ਭੋਜਨ ਭੂਮ ਸੈਨ ਸਖੀ ਪ੍ਰਿਆ ਸੰਗ ਔਤ ਬਿਹਾਤ। ਜੇ ਅੱਜ ਰੁੱਖੀ ਰੋਟੀ ਮਿਲੀ ਹੈ ਖਾਣ ਨੂੰ ਤੇ ਗੰਗਾ ਜੀ ਕੋਈ ਗੱਲ ਨਹੀਂ, ਉਸ ਪਰਮਾਤਮਾ ਦਾ ਨਾਮ ਜਪਦੇ ਹੋਏ ਅੱਜ ਆਤਮਿਕ ਭੋਜਨ ਛਕੀਏ। ਅੱਜ ਚਲੋ ਆਤਮਿਕ ਭੋਜਨ ਛਕੀਏ, ਅੱਜ ਸਤਸੰਗ ਕਰੀਏ, ਅੱਜ ਉਸ ਪਰਮਾਤਮਾ ਦੇ ਨਾਮ ਦਾ ਮੈਡੀਟੇਸ਼ਨ ਕਰੀਏ, ਅੱਜ ਉਹਦਾ ਨਾਮ ਜਪੀਏ, ਧਿਆਨ ਕਰੀਏ, ਵਾਹਿਗੁਰੂ ਦਾ ਜਾਪ ਕਰੀਏ। ਇਹ ਸਾਨੂੰ ਗੁਰੂਆਂ ਨੇ ਜਾਚ ਸਿਖਾਈ ਹੈ। ਇੱਕ ਲੈਵਲ ਤੇ ਜ਼ਿੰਦਗੀ ਚੱਲੇ। ਜੇ ਦੁੱਖ ਹੈ ਸੁੱਖ ਹੈ, ਇਹ ਦੋਨੋਂ ਕੱਪੜੇ ਹਨ। ਜਿਵੇਂ ਕੱਪੜੇ ਚੇਂਜ ਕਰਦਾ ਹੈ ਬੰਦਾ, ਕਦੀ ਕੋਈ ਸੂਟ ਪਾ ਲੈਂਦਾ ਹੈ ਫਿਰ ਬਦਲ ਦਿੰਦਾ ਹੈ। ਬੰਦਾ ਇੱਕ ਹੀ ਹੈ, ਭਾਂਤ ਭਾਂਤ ਦੇ ਕੱਪੜੇ ਪਾਉਂਦਾ ਹੈ। ਮਹਾਰਾਜ ਕਹਿੰਦੇ ਬਾਣੀ ਅੰਦਰ, ਕਹਿੰਦੇ ਇਹ ਵੀ ਕੱਪੜੇ ਹਨ। ਕਦੀ ਦੁੱਖ ਆ ਗਿਆ, ਕਦੀ ਸੁੱਖ ਆ ਗਿਆ, ਕਦੀ ਧੁੱਪ ਆ ਗਈ, ਕਦੀ ਛਾਂ ਆ ਗਈ। ਹਰ ਚੀਜ਼ ਦੇ ਦੋ ਪਹਿਲੂ ਹਨ। ਦਿਨ ਹੈ ਉੱਥੇ ਰਾਤ ਵੀ ਹੈ। ਜੇ ਧੁੱਪ ਹੈ ਛਾਂ ਵੀ ਹੈ, ਫੁੱਲ ਹੈ ਤੇ ਕੰਡੇ ਵੀ ਹਨ, ਸੂਰਜ ਹੈ ਤੇ ਚੰਦਰਮਾ ਵੀ ਹੈ। ਦਿਨ ਹੈ ਤੇ ਹਨੇਰਾ ਹੈ, ਚਿੱਟਾ ਹੈ ਕਾਲਾ ਹੈ। ਹਰ ਚੀਜ਼ ਦੇ ਦੋ ਪਹਿਲੂ ਹਨ। ਤੇ ਫਿਰ ਕਿਉਂ ਘਬਰਾਈਏ? ਬਸ ਗੁਰੂ ਨੂੰ ਯਾਦ ਕਰੀਏ, ਗੁਰੂ ਦੀ ਰਜ਼ਾ ਦੇ ਅੰਦਰ ਕਹੀਏ ਵਾਹਿਗੁਰੂ ਤੇਰਾ ਸ਼ੁਕਰ ਹੈ। ਜੇ ਅੱਜ ਸੁਖੀ ਹਾਂ, ਕੱਲ ਥੋੜੀ ਦੁੱਖ ਦੀ ਘੜੀ ਆ ਗਈ, ਕਹਾਂਗੇ ਵਾਹਿਗੁਰੂ ਤੇਰਾ ਸ਼ੁਕਰ ਹੈ। ਆਪ ਹੀ ਆਪਣੇ ਭਾਣੇ ਅੰਦਰ ਇਹ ਸਮਾਂ ਵੀ ਲੰਘਾ ਦੇਣਗੇ। ਤੇ ਜੇ ਅੱਜ ਦੁਖੀ ਆਇਆ ਹੈ ਤੇ ਫਿਰ ਖੁਸ਼ੀ ਸਮਾਂ ਫੇਰ ਆ ਜਾਵੇਗਾ। ਉਹ ਮਹਾਰਾਜ ਦੇਖਣ ਹੀ ਨਹੀਂ ਦਿੰਦਾ ਔਖਾ ਸਮਾਂ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹਾਥ ਦੇ ਰਾਖੇ ਆਪਣੇ ਕੋ, ਸਾਸ ਸਾਸ ਪ੍ਰਤਪਾਲੇ। ਪਰ ਸ਼ਰਤ ਕੀ ਹੈ? ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਬਸ ਇਹ ਗੱਲ ਯਾਦ ਰੱਖਣੀ ਹੈ। ਉਸ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਚਿੱਤ ਲੱਗਿਆ ਰਹੇ। ਜਿਹਦਾ ਚਿੱਤ ਲੱਗ ਗਿਆ ਪ੍ਰਮਾਤਮਾ ਦੇ ਚਰਨਾਂ ਦੇ ਨਾਲ, ਫਿਰ ਉਹਨੂੰ ਬਾਹਰ ਦੇ ਦੁੱਖ ਦਾ ਕੋਈ ਅਸਰ ਹੀ ਨਹੀਂ ਹੁੰਦਾ। ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਜਿਵੇਂ ਭਗਤ ਕਬੀਰ ਸਾਹਿਬ ਨੇ ਬਚਨ ਉਚਾਰਨ ਕੀਤਾ ਹੈ, ਜੇ ਮਨ ਨਹੀਂ ਮੇਰਾ ਕਹਿੰਦੇ ਘਬਰਾਉਂਦਾ, ਮੇਰਾ ਮਨ ਨਹੀਂ ਡੋਲਦਾ ਤੇ ਤਨ ਨੂੰ ਜੋ ਮਰਜ਼ੀ ਕਰੀ ਜਾਓ। ਜੇ ਮਨ ਹੀ ਮੇਰਾ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ ਤੇ ਤਨ ਨੂੰ ਤੁਸੀਂ ਜਿਹੜੇ ਤਸੀਹੇ ਦੇਣੇ ਦੇਈ ਜਾਓ, ਕੋਈ ਫਰਕ ਨਹੀਂ ਪੈਂਦਾ। ਇਹ ਸ਼ਹੀਦਾਂ ਦੀ ਇਹ ਅਵਸਥਾ ਹੋ ਜਾਂਦੀ ਹੈ। ਭਾਈ ਤਾਰੂ ਜੀ ਦੀ ਖੋਪੜੀ ਉਤਾਰੀ ਜਾ ਰਹੀ ਹੈ, ਪਰ ਮਨ ਜੁੜਿਆ ਹੋਇਆ ਉਸ ਪਰਮਾਤਮਾ ਦੇ ਨਾਲ। ਜਪ ਬਾਣੀ ਦਾ ਪਾਠ ਕਰ ਰਹੇ ਹਨ, ਸੁਖਮਣੀ ਦਾ ਪਾਠ ਕਰ ਰਹੇ ਹਨ, ਪਾਠ ਚੱਲ ਰਿਹਾ ਹੈ, ਖੋਪੜੀ ਲਾਈ ਜਾ ਰਹੀ ਹੈ। ਕਹਿੰਦੇ ਕੇਸ ਕਟਵਾ ਦਿਓ, ਕਹਿੰਦੇ ਨਹੀਂ। ਕਹਿੰਦੇ ਨਹੀਂ ਕੱਟਣੇ, ਕਹਿੰਦੇ ਨਹੀਂ। ਕੱਟਣ ਦਾ ਯਤਨ ਕੀਤਾ, ਉਹਨਾਂ ਨੂੰ ਐਸੀ ਇੱਕ ਅਲੌਕਿਕ ਸ਼ਕਤੀ ਲੱਗੀ ਕਿ ਇਹ ਤਾਂ ਕੱਟੇ ਹੀ ਨਹੀਂ ਜਾ ਸਕਦੇ। ਫਿਰ ਕਹਿੰਦੇ ਖੋਪੜੀ ਲਾ ਦਿਓ, ਖੋਪੜੀ ਲਾਉਣ ਲੱਗੇ। ਪਰ ਭਾਈ ਮਣੀ ਸਿੰਘ ਜੀ ਸਟਿਲ ਕੰਟੀਨਿਊ ਪਾਠ ਕਰ ਰਹੇ ਹਨ, ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰ ਰਹੇ ਹਨ। ਫਿਰ 21 ਦਿਨ ਬਾਅਦ ਜੀਂਦੇ ਰਹੇ ਹਨ। ਐਸੇ ਗੁਰੂ ਦੇ ਸਿੱਖ ਵੀ ਹੋਏ ਹਨ, ਕਿਉਂਕਿ ਮਨ ਜੁੜ ਗਿਆ ਹੈ। ਮਨ ਨਾ ਡਿਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਬਸ ਮਨ ਜੁੜ ਜਾਵੇ ਤੇ ਬਸ ਬਾਤ ਬਣ ਜਾਏਗੀ। ਸਤਿਗੁਰ ਦੀ ਬਾਣੀ ਦੇ ਇਹ ਬਚਨ ਸਾਡੇ ਤੁਹਾਡੇ ਸਾਰਿਆਂ ਦੇ ਹਿਰਦੇ ਅੰਦਰ ਵਸਣ। ਆਓ ਇੱਕ ਸ਼ਬਦ ਦੀ ਹਾਜ਼ਰੀ ਹੋਰ। ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਨਾਮ ਹੈ। ਵਾਹਿਗੁਰੂ ਮੇਰੀ ਥੋੜੀ ਬੁੱਧੀ ਹੈ, ਮੇਰੀ ਤੁੱਛ ਬੁੱਧੀ ਹੈ। ਮੈਂ ਤੁੱਛ ਕੁ ਬੁੱਧੀ ਦਾ ਮਾਲਕ ਹਾਂ। ਮੈਂ ਤੇਰੇ ਚਰਨਾਂ ਤੇ ਅੱਜ ਢਹਿ ਪਿਆ ਹਾਂ। ਮੈਨੂੰ ਕਿਰਪਾ ਕਰ, ਮੈਨੂੰ ਤੇਰੀ ਬਾਣੀ ਦੇ ਵਿੱਚੋਂ ਉਪਦੇਸ਼ ਜਿਹੜਾ ਕੀਰਤਨ ਕਥਾ ਵਿਚਾਰ ਨਹੀਂ ਹੈ, ਇਹਦੇ ਦੋ ਬਚਨ ਮੇਰੇ ਹਿਰਦੇ ਦੇ ਅੰਦਰ ਵਸ ਜਾਣ, ਮੇਰੀ ਲਾਈਫ ਦੇ ਅੰਦਰ ਚੇਂਜ ਆ ਜਾਵੇ। ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ, ਪਲ ਹੈ ਅਕਿਰਤ ਘਣਾ, ਪੂਰਨ ਦ੍ਰਿਸ਼ਟ ਤੇਰੀ ਰਾਮ। ਤੇਰੀ ਪੂਰੀ ਦ੍ਰਿਸ਼ਟੀ ਅਕਿਰਤ ਘਣਾ ਨੂੰ ਵੀ ਪਾਲ ਲਈ ਹੈ, ਮੇਰੇ ਵਰਗਿਆਂ ਨੂੰ ਵੀ। ਅਗਾਧ ਬਹੁਤ ਅਪਾਰ ਕਰਤੇ, ਮੋਹਿ ਨੀਚ ਕਛੂ ਨਾ ਜਾਣਾ। ਰਤਨ ਤਿਆਗ ਸੰਗ੍ਰਹਿਣ ਕੌਡੀ, ਮੈਂ ਰਤਨਾ ਵਰਗੀ ਤੇਰੇ ਨਾਮ ਨੂੰ ਭੁੱਲ ਕੇ, ਚੰਗੀਆਂ ਗੱਲਾਂ ਭੁੱਲ ਕੇ ਤੇ ਮੈਂ ਕੌਡੀਆਂ ਇਕੱਠੇ ਕਰਨ 'ਚ ਲੱਗਾ ਹਾਂ। ਮੈਂ ਪੱਥਰ ਇਕੱਠੇ ਕਰੀ ਜਾ ਰਿਹਾ ਹਾਂ। ਮੈਨੂੰ ਕਿਰਪਾ ਕਰ, ਮੇਰੇ ਸਿਰ ਤੇ ਹੱਥ ਰੱਖ। ਤਿਆਗ ਚਲਤੀ ਮਹਾਂ ਚੰਚਲ, ਦੁੱਖ ਕਰ ਕਰ ਜੋਰੀ। ਕਹਿੰਦੇ ਜਿਹੜੀ ਤਿਆਗ ਕੇ ਚਲ ਜਾਣਾ ਹੈ, ਜਿਹਨੂੰ ਛੱਡ ਕੇ ਚਲਾ ਜਾਣਾ ਹੈ, ਇਹ ਮਾਇਆ ਨੂੰ, ਇਹ ਮਹਾਂ ਚੰਚਲ ਹੈ।
ਇਹ ਹਰ ਵਕਤ ਮੈਨੂੰ ਬੈਠਣ ਨਹੀਂ ਦਿੰਦੀ। ਮੈਂ ਭੱਜਿਆ ਫਿਰਦਾ ਇਸ ਮਾਇਆ ਦੇ ਪਿੱਛੇ ਪਿੱਛੇ। ਇਹ ਵਾਹਿਗੁਰੂ ਮੇਰੇ ਸਿਰ ਤੇ ਹੱਥ ਰੱਖ। ਨਾਨਕ ਸ਼ਰਨ ਸਮਰੱਥ ਸੁਆਮੀ, ਇਹ ਸਮਰੱਥ ਗੁਰੂ ਮੇਰੇ ਸਿਰ ਤੇ ਹੱਥ ਰੱਖ। ਨਾਨਕ ਸ਼ਰਨ ਸਮਰੱਥ ਸੁਆਮੀ, ਪੈਜ ਰੱਖ ਮੋਰੀ। ਆਓ ਬੇਨਤੀ ਕਰੀਏ। ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾ। ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾ। ਪਾਲੇ ਕਿਰਤ ਕਨਾ, ਪੂਰਨ ਦਿਲ ਤੇਰੀ ਰਾ। ਵੱਡਾ, ਮੇਰੀ ਮਤ ਥੋਰੀ ਰਾ। ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾ।
ਤੂੰ ਸਾਰੇ ਅਗਰਤ ਕਣਾਂ ਨੂੰ ਪਾਲਦਾ ਹੈ, ਮੈਂ ਵੀ ਉਹਨਾਂ ਵਿੱਚੋਂ ਇੱਕ ਹਾਂ। ਮੇਰੇ ਸਿਰ ਤੇ ਮਿਹਰ ਤੇ ਬਖਸ਼ਿਸ਼ ਭਰਿਆ ਹੱਥ ਰੱਖ, ਨਾਨਕ ਸ਼ਰਨ ਸਮਰੱਥ ਸੁਆਮੀ ਪੈਜ ਰੱਖੋ ਮੇਰੀ। ਸਤਿਗੁਰੂ ਜੀ ਤੁਸੀਂ ਸਮਰੱਥ ਮੇਰੇ ਸਿਰ ਤੇ ਹੱਥ ਰੱਖੋ, ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰੋ, ਮੈਂ ਵੀ ਸੱਚਮੁੱਚ ਸਿੱਖ ਬਣ ਜਾਵਾਂ। ਤੁਹਾਡੀ ਸਿੱਖਿਆ ਨੂੰ ਲੈ ਕੇ ਮੈਂ ਹਿਰਦੇ ਅੰਦਰ ਵਸਾ ਕੇ ਆਪਣਾ ਜੀਵਨ ਕਮਾ ਸਕਾਂ। ਸਤਿਗੁਰੂ ਅੱਗੇ ਅਰਦਾਸ ਕਰੀਏ, ਸਤਿਗੁਰੂ ਦੀ ਸਭਨਾਂ ਦੀ ਹਾਜ਼ਰੀ ਕਬੂਲ ਕਰਨ, ਦਰੋਂ ਕਰੋ ਗੁਰਸਿੱਖੀ ਦੀ ਦਾਤ, ਨਾਮ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਨ। ਸਾਰਿਆਂ ਦੀ ਯਾਤਰਾ ਸਫਲ ਹੋਵੇ, ਖੁਸ਼ੀਆਂ ਤੇ ਅਸੀਸਾਂ ਗੁਰੂ ਦੇ ਦਰਬਾਰ ਵਿੱਚੋਂ ਪ੍ਰਾਪਤ ਹੋਣ। ਆਓ ਸਾਰੇ ਮਿਲ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ। ਰਾਮ ਕਲੀ Thank you.
ਠਾਕਰ ਤੁਮ ਕੈ ਅਰਦਾਸ ਜੀਵ ਪਿੰਡ ਸਭ ਤੇ ਮਾਤ ਪਿਤਾ ਮਾਰਕ ਤੇ ਤੁਮਰੀ ਕਿਰਪਾ ਵਾਹਿਗੁਰੂ ਵਾਹਿਗੁਰੂ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਨ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦਨੋ ਸਿਮਰੋ ਸ਼੍ਰੀ ਹਰਿ ਰਾਇ। ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੇ ਧਾਇ। ਸਭ ਥਾਈ ਹੋਇ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਵਾਲੇ ਸਭ ਥਾਈ ਹੋਇ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਦਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਜੰਗੀਆਂ ਧਰਮ ਹੇਤ ਸੀਸ ਦਿੱਤੇ ਚੱਕੜੀਆਂ ਤੇ ਚੜੇ ਬੰਦ ਕਟਵਾਏ ਪੁੱਠਿਆਂ ਖਰਾ ਲਵਾਈਆਂ ਜਿਉਂਦੇ ਜੀ ਅੱਗਾਂ ਵਿੱਚ ਸਾੜੇ ਗਏ ਉਬਲਦੀਆਂ ਦੇਗਾਂ ਚਵਾਲੇ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇਸਾ ਸਵਾਸਾ ਸੰਗ ਨਿਭਾਇਆ। ਤੇਰਾ ਸ਼ਹੀਦ ਸਿੰਘਾਂ ਸਿੰਘਣੀਆਂ ਭੁਜੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸੇ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਜਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਵ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਇ ਗੁਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਨਿਸਹਾ ਦਾਨ ਭਰੋਸਾ ਦਾਨ ਦਾਨਾ ਸਿਵ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੈ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦੇ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ।
हे ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ। ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਆਪ ਨੇ ਅਪਾਰ ਕਿਰਪਾ ਕੀਤੀ, ਅੰਮ੍ਰਿਤ ਵੇਲੇ ਤੋਂ ਦਰਸ਼ਨ ਦਿਦਾਰੇ ਦੇ ਕੇ ਨਿਹਾਲ 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 ਕਰ ਰਹੇ ਹੋ ਸਤਿਗੁਰੂ ਜੀ। ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਫ਼ਤਾਵਾਰੀ ਐਤਵਾਰ ਦੇ ਦੀਵਾਨ ਸਜਾਏ ਗਏ। ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਪਵਿੱਤਰ ਬਾਣੀਆਂ ਦੇ ਪਾਠ, ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਉਪਰੰਤ ਕੀਰਤਨ, ਗੁਰਮਤਿ ਵਿਚਾਰਾਂ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਯਾਦ ਕਰਦਿਆਂ ਗੁਰਮਤਿ ਵਿਚਾਰਾਂ, 6 ਪੌੜੀਆਂ ਆਨੰਦ ਸਾਹਿਬ ਜੀ ਦੇ ਕੀਰਤਨ ਜੀ ਕੀ ਅਰਦਾਸ। ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ਣੀ, ਅਗਾਹਾਂ ਤੋਂ ਸੁਮਤ ਬਖਸ਼ਿਸ਼ ਕਰਨਾ, ਬਾਣੀ ਦੇ ਫਲ ਭਾਰ ਦਰ ਆਈ ਸੰਤਾਂ ਦੇ ਹਿਰਦਿਆਂ ਅੰਦਰ ਵਸਾਉਣੇ। ਦਰੋ ਕਰੋ ਨਾਮਦਾਨ, ਗੁਰਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰ ਸੱਚੇ ਪਾਤਸ਼ਾਹ ਜੀ, ਆਪ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਅੱਜ ਦੇ ਸਮੂਹ ਲੰਗਰਾਂ ਦੀਆਂ ਸੇਵਾਵਾਂ ਸੱਤਾ ਕੰਗ ਤਰਨ ਭੰਗੂ ਸਰਬੱਤ ਪਰਿਵਾਰ ਵੱਲੋਂ ਆਪ ਜੀ ਨੇ ਪ੍ਰਾਪਤ ਕੀਤੀਆਂ। ਸਤਿਗੁਰੂ ਜੀ ਕਿਰਪਾ ਕਰਨੀ, ਸੇਵਕ ਪਰਿਵਾਰ ਵੱਲੋਂ ਕੀਤੀਆਂ ਹੋਈਆਂ ਸੇਵਾਵਾਂ ਭੇਟਾਵਾਂ ਸਫਲਾ ਕਰਨੀਆਂ, ਕਮਾਈਆਂ ਵਿੱਚ ਬਰਕਤਾਂ ਬਖਸ਼ਿਸ਼ ਕਰਨੀਆਂ। ਸਰਬੱਤ ਕੰਗ ਪਰਿਵਾਰ ਭੰਗੂ ਪਰਿਵਾਰ ਤੇ ਮੇਰ ਭਰਿਆ ਹੱਥ ਰੱਖੇ, ਸਭਨਾ ਜੀਆਂ ਨੂੰ ਤੰਦਰੁਸਤੀ ਦੀ ਦਾਤ, ਗੁਰਸਿੱਖੀ ਦੀ ਦਾਤ ਬਖਸ਼ਣੀ, ਸੇਵਕਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਿਸ਼ ਕਰਨੀਆਂ, ਬੱਚਿਆਂ ਨੂੰ ਗੁਰਸਿੱਖੀ ਦੀ ਦਾਤ, ਚੰਗੀਆਂ ਪੜ੍ਹਾਈਆਂ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਇਸੇ ਤਰ੍ਹਾਂ ਸੇਵਕ ਪਰਿਵਾਰ ਨੂੰ ਆਪਣੇ ਲੜ ਲਾਈ ਰੱਖਣਾ, ਚੜ੍ਹਦੀਆਂ ਕਲਾਂ ਪ੍ਰਦਾਨ ਕਰਨੀਆਂ ਜੀ। ਹੋਰ ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਜਸਵੀਰ ਕੌਰ ਜੀ ਪਰਿਵਾਰ ਦੀ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਦੇ ਲਈ ਅਰਦਾਸ ਬੇਨਤੀ ਕਰਦੇ ਹਨ। ਸਤਿਗੁਰੂ ਜੀ ਕਿਰਪਾ ਕਰਨੀ, ਸੇਵਕਾਂ ਤੇ ਆਪਣੇ ਭਜਨ ਬਾਣੀ ਦਾ ਪ੍ਰਤਾਪ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ। ਸਤਿਗੁਰੂ ਜੀ ਹੋਰ ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਸਨਾਤਰਾ ਲਾਜਵੰਤੀ ਗੰਤਰਾ ਚਲਾਣਾ ਕਰ ਗਏ ਹਨ ਸੱਚੇ ਪਾਤਸ਼ਾਹ ਜੀ। ਇਹਨਾਂ ਦੇ ਲਈ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਨੀ, ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨਾ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਜੀ, ਗੁਰਸਿੱਖੀ ਦੇ ਅੰਦਰ ਰੱਖਣਾ। ਸਤਿਗੁਰੂ ਜੀ ਹੋਰ ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਸਤਵਿੰਦਰ ਸਿੰਘ ਜੀ ਪਵਨਦੀਪ ਕੌਰ ਪਰਿਵਾਰ ਵੱਲੋਂ ਸੁਖ ਸ਼ਾਂਤੀ ਦੇ ਲਈ ਅਰਦਾਸ ਬੇਨਤੀ ਕਰਦੇ ਹਨ। ਸੇਵਕਾਂ ਤੇ ਮਿਹਰ ਭਰਿਆ ਹੱਥ ਰੱਖੋ ਜੀ, ਆਪਣੇ ਭਜਨ ਬਾਣੀ ਦਾ ਪ੍ਰਤਾਪ ਬਖਸ਼ੋ ਜੀ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ। ਸਤਿਗੁਰੂ ਜੀ ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਅਰਜ਼ੋਈਆਂ ਪ੍ਰਵਾਨ ਕਰਨੀਆਂ। ਹੋਰ ਜੋ ਮਾਈ ਭਾਈ ਦੂਰੋਂ ਨੇੜਿਓਂ ਚੱਲ ਕੇ ਤਿਲ ਫੁੱਲ ਸੇਵਾਵਾਂ ਭੇਟਾਵਾਂ ਲੈ ਕੇ ਆਪ ਦੇ ਦਰ ਤੇ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਆਪ ਸਭ ਦੇ ਨਾਮ ਜਾਣਦੇ ਹੋ ਸੱਚੇ ਪਾਤਸ਼ਾਹ, ਸਭਨਾਂ ਦੀਆਂ ਸੇਵਾਵਾਂ ਭੇਟਾਵਾਂ ਕਬੂਲ ਕਰਨੀਆਂ। ਦਰੋ ਕਰੋ ਨਾਮਦਾਨ, ਗੁਰਸਿੱਖੀ ਦਾਨ ਬਖਸ਼ਿਸ਼ ਕਰਨਾ। ਹੋਰ ਅਨੇਕਾਂ ਮਾਈ ਭਾਈ ਜਿਨ੍ਹਾਂ ਨੇ ਲੰਗਰਾਂ ਦੀਆਂ ਸੇਵਾਵਾਂ ਵਿੱਚ ਹਿੱਸਾ ਪਾਇਆ ਹੈ, ਤਨ ਕਰਕੇ ਮਨ ਕਰਕੇ ਸੇਵਾ ਕੀਤੀ ਹੈ, ਸਭ ਦੇ ਨਾਮ ਆਪ ਜਾਣਦੇ ਹੋ ਸੱਚੇ ਪਾਤਸ਼ਾਹ। ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਦਾਨ, ਖੁਸ਼ੀਆਂ ਪ੍ਰਦਾਨ ਕਰਨੀਆਂ। ਮਹਾਰਾਜ ਆਪ ਕਿਰਪਾ ਕਰੋ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਸੱਚੇ ਪਾਤਸ਼ਾਹ ਜੀ ਪਾਵਨ ਹਜ਼ੂਰੀ ਅੰਦਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਆਪ ਜੀ ਕਿਰਪਾ ਕਰਕੇ ਆਪਣਾ ਪਾਵਨ ਹੁਕਮਨਾਮਾ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਰਤਾਰ ਕਰੋ ਜੀ। ਆਪ ਦੇ ਦਰ ਤੇ ਜੋ ਜੀ ਆਵੇ ਸੋ ਰਾਜੀ ਜਾਵੇ, ਸੁਖ ਹੋਵੇ
ਨਾਮ ਚਿਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੀ, ਤਵੈ ਚਲਾਇਓ ਪੰਥ, ਸਭ ਸੇਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਾਹੈ, ਕੋਜ ਰਾਜ ਕਰੇਗਾ ਖਾਲਸਾ, ਆਗੀ ਰਹਿ ਨ ਕੋਇ, ਵਾਰ ਹੋਏ ਸਭ ਮਿਲੇਂਗੇ, ਵਾਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਭੇਤ, ਪੁਰਜਾ ਪੁਰਜਾ ਕਟ ਮਰੈ, ਕਹੂ ਨ ਛਾਡੈ ਖੇਤ, ਸੁਖੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ, ਤਿਲੰਗ ਮਹਲਾ ਪਹਿਲਾ ਘਰ ਤੀਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਏਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨ ਪਾਵੇ ਚੋਲੜਾ ਪਿਆਰੇ, ਜੋ ਧਨ ਸੇਜੈ ਜਾਏ, ਏਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨ ਪਾਵੇ ਚੋਲੜਾ ਪਿਆਰੇ, ਕਿਉ ਤਨ ਸੇਜੈ ਜਾਏ, ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾ ਕੈ, ਲੈਣ ਜੋ ਤੇਰਾ ਨਾਮ, ਲੈਣ ਜੋ ਤੇਰਾ ਨਾਮ ਤਿਨਾ ਕੈ, ਹਉ ਸਦ ਕੁਰਬਾਨੇ ਜਾਉ ਰਾਉ, ਕਾਇਆ ਰੰਗ ਜੇਤੇ ਪਿਆਰੇ, ਪਾਏ ਨਾਮ ਮਜੀਠ, ਰੰਗਨ ਵਾਲਾ ਜੇ ਰੰਗ ਸਾਹਿਬ, ਐਸਾ ਰੰਗ ਨਡੀਠ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੇ ਜੇ ਮਿਲ ਜੀ, ਕਹੋ ਨਾਨਕ ਕੀ ਅਰਦਾਸ, ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤ ਪਾਵੇ, ਆਪੇ ਰਾਵੇ, ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤੇ ਪਾਵੇ, ਆਪੇ ਰਾਵੇ। ਵਾਹਿਗੁਰੂ ਜੀ ਕਾ ਖਾਲਸਾ,
ਪਰਮ ਸਤਿਕਾਰ ਗੁਰੂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਗੋਦ ਦਾ ਆਨੰਦ ਮਾਣਦੇ ਅੰਮ੍ਰਿਤ ਵੇਲੇ ਤੋਂ ਲੈ ਕੇ ਇਲਾਹੀ ਬਾਣੀ ਨਾਲ ਜੁੜ ਬੈਠੇ ਹੋ। ਧੰਨ ਧੰਨ ਗੁਰੂ ਪਾਤਸ਼ਾਹ ਜੀ ਦੀ ਅਪਾਰ ਰਹਿਮਤ ਹੈ। ਅੱਜ ਦਿਹਾੜਾ ਵੀ ਉਸ ਮਹਾਨ ਯੋਧੇ ਦਾ ਹੈ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਭਾਈ ਮਨੀ ਸਿੰਘ ਜੀ ਆਇਆ ਹੈ। ਇਹ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸਾਹਿਬ ਦੇ ਆਪ ਦਰਸ਼ਨ ਕਰ ਰਹੇ ਹੋ, ਇਹ ਸਾਰੀ ਇਹ ਜੋ ਸੇਵਾ ਸੀ ਦਮਦਮਾ ਸਾਹਿਬ ਵਿਖੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਕਲਗੀਧਰ ਦਸ਼ਮੇਸ਼ ਪਿਤਾ ਜੀ ਲਿਖਾ ਰਹੇ ਸਨ ਤੇ ਉਹ ਲਿਖ ਰਹੇ ਸਨ। ਬੜੀਆਂ ਮਹਾਨ ਬੀੜਾਂ ਨੇ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਹੈ, ਜਿਨ੍ਹਾਂ ਨੇ ਆਪਣਾ ਬੰਦ ਕਟਵਾ ਕੇ ਇਹ ਜੋ ਸੇਵਾਵਾਂ ਨਿਭਾਈਆਂ। ਆਪਣਾ ਸਾਰਾ ਪਰਿਵਾਰ 52 ਜੀ ਆਪਣੇ ਪਰਿਵਾਰ ਦੇ ਕੌਮ ਤੋਂ ਵਾਰ ਦਿੱਤੇ ਤੇ ਹੋਰ ਵੀ ਜਿਨ੍ਹਾਂ ਦਾ ਇਤਿਹਾਸ ਵਿੱਚ ਜ਼ਿਕਰ ਨਹੀਂ ਆਇਆ ਉਹ ਵੀ ਇਸ ਖਾਨਦਾਨ ਵਿੱਚੋਂ ਆਪਣਾ ਆਪ ਕੁਰਬਾਨ ਕਰ ਗਏ। ਆਓ ਗੁਰੂ ਨਾਨਕ ਪਾਤਸ਼ਾਹ ਜੀ ਵੀ ਅੱਜ ਦੇ ਪਵਿੱਤਰ ਹੁਕਮਨਾਮੇ ਅੰਦਰ ਐਸੇ ਗੁਰਮੁਖ ਪਿਆਰਿਆਂ ਦੇ ਜੀਵਨ ਨੂੰ ਦਰਸਾ ਰਹੇ ਹਨ। ਪਾਤਸ਼ਾਹ ਕੀ ਫਰਮਾਨ ਕਰਦੇ, ਰਾਗ ਤਲੰਗ ਮਹੱਲਾ ਪਹਿਲਾ ਘਰ ਤੀਜਾ। ਰਾਗ ਦੀ ਜੋ ਉੱਪਰਲੀਆਂ ਪੰਕਤੀਆਂ ਹਨ ਇਹਨਾਂ ਵਿੱਚ ਹੀ ਸਾਰੇ ਸ਼ਬਦ ਦਾ ਸਾਰ ਹੈ। ਇੱਥੇ ਪਾਤਸ਼ਾਹ ਫਰਮਾਨ ਕਰਦੇ, ਹਉ ਕੁਰਬਾਨੇ ਜਾਉ ਮਿਹਰਵਾਨਾ, ਹਉ ਕੁਰਬਾਨੇ ਜਾਉ, ਕੁਰਬਾਨ ਜਾਣਾ, ਸਦਕੇ ਜਾਣਾ, ਆਪਣਾ ਆਪ ਵਾਰ ਦੇਣਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਹੜਾ ਆਪਣਾ ਆਪ ਵਾਰ ਦਿੰਦੇ ਨੇ ਮੈਂ ਉਹਨਾਂ ਤੋਂ ਸਦਕੇ ਜਾਣਾ, ਬਲਿਹਾਰੇ ਜਾਣਾ। ਇੱਕ ਵਾਰ ਨਹੀਂ ਫਿਰ ਦੁਬਾਰਾ ਆਖਦੇ ਨੇ, ਹਉ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਮ। ਦੂਸਰੀ ਪੰਕਤੀ ਵਿੱਚ ਆਖਦੇ ਨੇ ਉਹਨਾਂ ਤੋਂ ਜਿਹੜੇ ਤੇਰਾ ਨਾਮ ਵਾਹਿਗੁਰੂ 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 ਦੀ ਰਟਨ ਸਵਾਸਾਂ ਦੇ ਨਾਲ ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਉਹਨਾਂ ਤੋਂ ਮੈਂ ਸਦਾ ਹੀ ਬਲਿਹਾਰੇ ਜਾਂਦਾ। ਲੈਣ ਜੋ ਤੇਰਾ ਨਾਮ ਤਿਨਾ ਕਹਿ ਹੋਂ ਸਦ ਕੁਰਬਾਨੇ ਜਾਓ। ਬਲਿਹਾਰੇ ਜਾਣਾ ਇੱਕ ਵਾਰ ਨਹੀਂ ਸਦਾ ਦੇ ਲਈ। ਓੰਕਾਰ ਸਤਿਗੁਰ ਪ੍ਰਸਾਦ ਉਸ ਅਕਾਲ ਪੁਰਖ ਦੀ ਕਿਰਪਾ ਦੁਆਰਾ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਹ ਸ਼ਬਦ ਉਚਾਰਨ ਕਰਦੇ, ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ। ਇਹ ਜਿਹੜਾ ਸਾਡਾ ਤਨ ਹੈ ਨਾ ਇਹਨੂੰ ਮਾਇਆ ਦੀ ਪਾਹ ਲੱਗੀ। ਲਲਾਰੀ ਜਦ ਕਿਸੇ ਕੋਰੇ ਕੱਪੜੇ ਨੂੰ ਉਹਨੇ ਰੰਗ ਦੇਣਾ ਹੁੰਦਾ ਹੈ ਨਾ ਤੇ ਸਭ ਤੋਂ ਪਹਿਲਾਂ ਉਹਨੂੰ ਪਾਹ ਲਾਉਂਦਾ। ਤੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਸਾਡਾ ਤਨ ਹੈ ਨਾ ਇਹਨੂੰ ਪਾਹ ਲੱਗੀ ਆ ਮਾਇਆ ਦੀ। ਤੇ ਮਾਇਆ ਦੀ ਐਸੀ ਪਾਹ ਲੱਗੀ ਹੈ ਇਹ ਮਾਇਆ ਵਿੱਚ ਹੀ ਖਚਿਤ ਹੋ ਗਿਆ। ਐਸਾ ਖਚਿਤ ਹੋਇਆ ਪਾਤਸ਼ਾਹ ਕਹਿੰਦੇ ਲਿਬੜ ਗਿਆ। ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ। ਲੋਭ ਦੇ ਵਿੱਚ ਇਤਨਾ ਰੰਗਿਆ ਗਿਆ ਹੈ ਕਿ ਭੁੱਲ ਗਿਆ ਹੈ ਉਸ ਕਰਤਾਰ ਨੂੰ। ਮੇਰੇ ਕੰਤ ਨ ਪਾਵੇ ਚੋਲਣਾ ਪਿਆਰੇ ਕਿਉਂ ਤਨ ਸੇਜੈ ਜਾਏ। ਫਿਰ ਜਿਹੜਾ ਮਾਇਆ ਦੇ ਵਿੱਚ ਇਹ ਚੋਲਾ ਲਿਬੜ ਗਿਆ ਹੈ ਇਹ ਚਿੱਕੜ ਵਿੱਚ ਇੰਨਾ ਗੰਦਾ ਹੋ ਗਿਆ ਹੈ ਇਹ ਉਸ ਨਿਰੰਕਾਰ ਨੂੰ ਭਾਉਂਦਾ ਨਹੀਂ। ਕਾਇਆ ਰੰਗਨ ਜੇਥੇ ਪਿਆਰੇ ਪਾਏ ਨਾਉ ਮਜੀਠ। ਇਹ ਜੇ ਕਾਇਆ ਨੂੰ ਕੋ ਰੰਗ ਚਾੜਨਾ ਹੈ ਨਾ ਤੇ ਮਜੀਠੜਾ ਰੰਗ ਚਾੜੋ। ਕਿਹੜਾ? ਜਿਹੜਾ ਭਾਈ ਦਿਆਲਾ ਦੇਗ ਵਿੱਚ ਉਬਲਦਾ ਰਿਹਾ, ਰੰਗ ਨਹੀਂ ਉਤਰਿਆ। ਭਾਈ ਮਨੀ ਸਿੰਘ ਜੀ ਦਾ ਬੰਦ ਕਟਿਆ ਜਾ ਰਿਹਾ ਹੈ, ਰੰਗ ਨਹੀਂ ਉਤਰਿਆ। ਆਰਿਆਂ ਨਾਲ ਚੀਰੇ ਜਾ ਰਹੇ ਨੇ,
ਰੰਗ ਨਹੀਂ ਉਤਰਿਆ। ਐਸੀ ਮਜੀਠੜਾ ਰੰਗ। ਪਾਤਸ਼ਾਹ ਕਹਿੰਦੇ ਨੇ ਐਸਾ ਰੰਗ ਜਿਨ੍ਹਾਂ ਨੇ ਪੱਕਾ ਚੜ੍ਹ ਲਿਆ। ਤੇ ਪਾਤਸ਼ਾਹ ਕਹਿੰਦੇ ਕਿੰਨਾ ਨੂੰ ਚੜ੍ਹਦਾ ਹੈ? ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਡੀਠ। ਉਹ ਸਾਹਿਬ ਨੇ ਜਿਨ੍ਹਾਂ ਨੂੰ ਰੰਗ ਲਿਆ ਤੇ ਜਗਤ ਵਿੱਚ ਇਸ ਰੰਗ ਦੇ ਬਰਾਬਰ ਦੂਸਰਾ ਕੋਈ ਰੰਗ ਨਹੀਂ। ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ। ਜਿਨ੍ਹਾਂ ਦੇ ਚੋਲੇ ਤੋਂ ਭਾਵ ਇਹ ਕੱਪੜੇ ਨਹੀਂ, ਇਹ ਤਨ, ਜਿਹੜੇ ਇਸ ਤਨ ਦੇ ਨਾਲ ਨਾਮ ਜਪਦੇ ਨੇ, ਤਨ ਆਪਣਾ ਆਪ ਗੁਰੂ ਤੋਂ ਵਾਰ ਦਿੰਦੇ ਨੇ। ਪਾਤਸ਼ਾਹ ਕਹਿੰਦੇ ਉਹ ਜਿਹੜਾ ਕੰਤ ਹੈ ਉਹ ਅਕਾਲ ਪੁਰਖ ਉਹਨਾਂ ਦੇ ਹਰ ਵੇਲੇ ਨੇੜੇ ਰਹਿੰਦਾ ਹੈ। ਧੂਰਤ ਨਾ ਕੀਜੇ ਮਿਲ ਜੀ ਕਹੋ ਨਾਨਕ ਕੀ ਅਰਦਾਸ। ਕਹਿਣ ਲੱਗੇ ਇਹੋ ਜਿਹੇ ਰੰਗਿਆਂ ਹੋਇਆਂ ਦੇ ਚਰਨਾਂ ਦੀ ਧੂੜ ਦੀ ਗੁਰੂ ਨਾਨਕ ਪਾਤਸ਼ਾਹ ਆਖਦੇ ਮੈਂ ਸਦਾ ਹੀ ਅਰਦਾਸ ਕਰਦਾ। ਆਪੇ ਸਾਡੇ ਆਪੇ ਰੰਗੇ ਆਪੇ ਨਦਰ ਕਰੇ। ਪਾਤਸ਼ਾਹ ਦਾ ਸਾਜਣ ਵਾਲਾ ਵੀ ਉਹੀ ਹੈ ਤੇ ਰੰਗਣ ਵਾਲਾ ਵੀ ਉਹ ਹੈ। ਜਿਨ੍ਹਾਂ ਨੂੰ ਰੰਗ ਲੈਂਦਾ ਹੈ ਉਹ ਰੰਗੇ ਜਾਂਦੇ ਹਨ। ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਾਵੇ। ਕਾਮਣ ਕਹਿੰਦੇ ਨੇ ਇਸਤਰੀ ਨੂੰ। ਅਸੀਂ ਜਿਤਨੇ ਵੀ ਜੀਵ ਰੂਪ ਆ ਸਾਰੇ ਅਸੀਂ ਇਸਤਰੀ ਰੂਪ ਹੈ। ਪੁਰਖ ਕੇਵਲ ਉਹ ਅਕਾਲ ਪੁਰਖ ਹੈ। ਇਹ ਜਗਤ ਮੇਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਪਾਤਸ਼ਾਹ ਕਹਿੰਦੇ ਨੇ ਉਹ ਆਪ ਹੀ ਸਾਜਦਾ ਹੈ, ਆਪੇ ਰੰਗ ਲੈਂਦਾ ਹੈ। ਜਿਹੜੇ ਰੰਗੇ ਜਾਂਦੇ ਉਸ ਨੂੰ ਭਾ ਜਾਂਦੇ, ਜਿਹੜੇ ਭਾ ਜਾਂਦੇ ਉਹ ਆਪ ਸੁਖੀਏ ਪਰਲੋਕ ਸਹੇਲੇ। ਨਾਨਕ ਹਰ ਪਵ ਆਪੇ ਮਿਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਜੀ ਆਪ ਜੀ ਨੂੰ ਸਰਵ ਗੁਰੂ ਚਰਨਾਂ ਬਹੁਤ ਹੀ ਸਤਿਕਾਰ ਦੇ ਸਾਥ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੂੰ ਤੁਸੀਂ ਗੁਰਬਾਣੀ ਦਾ ਕੀਰਤਨ ਤੇ ਉਪਦੇਸ਼ ਸੁਣਾਇਆ ਹੈਗਾ। ਤੇ ਜਿਹੜੇ ਸੇਵਾਦਾਰ ਨੇ ਗੁਰਦੁਆਰੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅਨੇਕਾਂ ਤਰ੍ਹਾਂ ਦੀਆਂ ਸੇਵਾਵਾਂ ਨਿਭਾਈਆਂ ਨੇ। ਤੇ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਅਸੀਂ ਭਾਈ ਮਨੀ ਸਿੰਘ ਜੀ ਦਾ ਜਿਹੜਾ ਸ਼ਹੀਦੀ ਦਿਵਸ ਉਹ ਅਸੀਂ ਮਨਾ ਰਹੇ ਹਾਂ। ਤੇ ਉਸ ਸੰਦਰਭ ਦੇ ਵਿੱਚ ਭਾਈ ਸਾਹਿਬ ਨੇ ਬਹੁਤ ਹੀ ਵਿਆਖਿਆ ਦੇ ਨਾਲ, ਬਹੁਤ ਹੀ ਵਿਸਥਾਰ ਦੇ ਨਾਲ ਤੁਹਾਨੂੰ ਐਕਸਪਲੇਨ ਕੀਤਾ ਹੈਗਾ। ਤੇ ਭਾਈ ਸਾਹਿਬਾਨ ਦਾ ਜਿਹੜਾ ਕੰਟਰੀਬਿਊਸ਼ਨ ਸੀਗਾ, ਜਿਹੜੀਆਂ ਹੱਥ ਲਿਖ ਪੀੜਾਂ ਸੀਗੀਆਂ ਭਾਈ ਮਨੀ ਸਿੰਘ ਹੁਣੀ ਲਿਖੀਆਂ। ਤੇ ਜੇ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਜਿਹੜੇ ਗੁਟਕੇ ਛੋਟੇ ਛੋਟੇ ਜਿਹੜੇ ਲਿਖੇ ਸੀਗੇ ਵੀ ਤਾਂ ਕਿ ਸਿੱਖ ਜਦੋਂ ਟਰੈਵਲ ਕਰਦੇ ਆ, ਯਾਤਰਾ ਦੇ ਹੁੰਦੇ ਆ, ਤਾਂ ਪੂਰਾ ਗੁਰੂ ਗ੍ਰੰਥ ਸਾਹਿਬ ਨਹੀਂ ਕਈ ਵਾਰੀ ਨਾਲ ਲਿਜਾ ਸਕਦੇ। ਤੇ ਉਹ ਜਿਹੜੇ ਗੁਟਕੇ ਹੈਗੇ ਤੁਸੀਂ ਨਾਲ ਲਿਜਾ ਸਕਦੇ ਆ, ਟਰੈਵਲ 'ਚ ਤੁਹਾਨੂੰ ਈਜ਼ੀ ਹੋ ਜਾਂਦਾ। ਤੇ ਉਹਦੀ ਕੀਮਤ ਭਾਈ ਸਾਹਿਬ ਨੂੰ ਆਪਣਾ ਬੰਦ ਪਟਾ ਕੇ ਚੁਕਾਉਣੀ ਪਈ ਸੀਗੀ। ਸੋ ਇਹ ਉਹਨਾਂ ਦਾ ਮਤਲਬ ਬਹੁਤ ਹੀ ਵੱਡਾ ਯੋਗਦਾਨ ਸੀਗਾ ਕਿ ਜਿਹੜੇ ਉਹਨਾਂ ਨੇ ਜਿਹੜੀ ਅਗਾਂਹ ਵਧੂ ਸੋਚ ਕੇ ਸਿੱਖਾਂ ਨੇ ਜਦੋਂ ਅੱਗੇ ਜਾ ਕੇ ਟਰੈਵਲ ਕਰਨਾ ਹੈਗਾ ਤੇ ਉਹਨਾਂ ਨੂੰ ਜਿਹੜੇ ਗੁਟਕੇ ਉਹ ਚਾਹੀਦੇ ਹੈਗੇ ਨੇ। ਸੋ ਇਹ ਉਹਨਾਂ ਦਾ ਬਹੁਤ ਹੀ ਜਿਹੜਾ ਕਹਿੰਦੇ ਫੋਰਸਾਈਟ ਹੁੰਦਾ ਨਾ, ਇਹ ਉਹਨਾਂ ਦੇ ਦਿਮਾਗ ਦੇ ਵਿੱਚ ਉਸ ਵੇਲੇ ਸੀਗਾ। ਤੇ ਜਿਹੜਾ ਅੱਜ ਦਾ ਲੰਗਰ ਹੈ ਜੀ, ਉਹ ਸੱਤਾ ਕੰਗ ਤੇ ਕਰਨ ਭੰਗੂ ਉਹਨਾਂ ਦੇ ਪਰਿਵਾਰ ਵੱਲੋਂ ਸੀਗਾ ਜੀ। ਜਿਹੜਾ ਅਗਲੇ ਹਫਤੇ ਦਾ ਲੰਗਰ ਹੋਏਗਾ ਜੀ, ਇਹ ਨੀਰਜ ਤੇ ਅਮਿਤ ਜੋਤ ਸਿਆਣੀ ਦੇ ਪਰਿਵਾਰ ਵੱਲੋਂ ਹੋਵੇਗਾ ਜੀ। ਤੇ ਜਿਹੜਾ ਅਗਲੇ ਹਫਤੇ ਇੱਕ ਮੈਂ ਯੂਜ਼ਲੀ ਹਰ ਇੱਕ ਵੀਕ ਮੈਂ ਦੱਸ ਦਿੰਦਾ ਹੁੰਦਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਵੀ ਅਗਲਾ ਜਿਹੜਾ ਇਸ ਪੂਰੇ ਮਹੀਨੇ ਦੇ ਜਿਹੜੇ ਖਾਸ ਦਿਨ ਸੀਗੇ, ਜਿਹੜਾ ਅਗਲੇ ਵੀਕ ਹੈਗਾ ਜੁਲਾਈ 16 ਨੂੰ ਭਾਈ ਤਾਰੂ ਸਿੰਘ ਹੋਣਾ ਦੀ ਸ਼ਹੀਦੀ ਆ ਰਹੀ ਹੈਗੀ ਆ। ਸੋ ਉਸ ਤੋਂ ਅੱਗੇ ਜੁਲਾਈ 21 ਨੂੰ ਮੀਰੀ ਪੀਰੀ ਦਾ ਦਿਨ, ਜਿਹੜੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੀਗੇ, ਉਹਨਾਂ ਨੇ ਜਿਹੜਾ ਸ਼ੁਰੂ ਕੀਤਾ ਸੀਗਾ ਜੁਲਾਈ 21 ਤੋਂ। ਸੋ ਮੈਂ ਇਹ ਜਿਹੜੀ ਈਮੇਲ ਸੀਗੀ ਮੈਂ ਸੰਗਤ ਨੂੰ ਈਮੇਲ ਵੀ ਪਾਦਾ ਕਰੂੰਗਾ ਹੁਣ, ਤਾਂ ਕਿ ਸੰਗਤ ਵੀ ਅਗਾਹ ਰਹੇ ਕਿ ਜਿਹੜੇ ਇਸ ਮਹੀਨੇ ਦੇ ਖਾਸ ਦਿਨ ਹੈਗੇ ਆ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਉਹ ਕਿਹੜੇ ਹੈਗੇ ਆ। ਸੋ ਕੁਝ ਹੋਰ ਸੂਚਨਾਵਾਂ ਨੇ ਜੀ। ਕਿਸੇ ਸੰਗਤ ਮੈਂਬਰ ਨੇ ਗੁਰਦੁਆਰੇ ਦੇ ਫੋਨ ਤੋਂ 911 ਕਾਲ ਕਰਕੇ ਐਂਬੂਲੈਂਸ ਮੰਗਾਈ ਸੀਗੀ ਇੱਥੇ। ਤੇ ਉਹਨਾਂ ਨੇ ਜਿਹੜੇ
ਜਿਸ ਕੰਪਨੀ ਨੇ ਸਰਵਿਸ ਪ੍ਰੋਵਾਈਡ ਕੀਤੀ ਸੀਗੀ ਉਹਨਾਂ ਨੇ ਤਕਰੀਬਨ $1000 ਦਾ ਜਿਹੜਾ ਬਿੱਲ ਹੈਗਾ ਉਹ ਗੁਰਦੁਆਰੇ ਨੂੰ ਭੇਜ ਦਿੱਤਾ ਹੈਗਾ। ਸੋ ਅਸੀਂ ਉਹ ਦੇਖ ਰਹੇ ਹੈਗੇ ਆ ਕਿ ਉਹ ਜਿਹੜੀ ਕੰਪਨੀ ਨੇ ਬਿੱਲ ਭੇਜਿਆ ਸੀ ਉਹਦੇ ਵਿੱਚ ਪੇਸ਼ੈਂਟ ਦਾ ਨਾਂ ਕੀ ਹੈ ਤਾਂ ਕਿ ਅਸੀਂ ਲੋਕੇਟ ਕਰ ਸਕੀਏ। ਸੋ ਮੇਰੀ ਇੱਕ ਬੇਨਤੀ ਇਹ ਹੈਗੀ ਜੀ, ਗੁਰਦੁਆਰਾ ਅਸੀਂ ਮਤਲਬ ਕਿ ਸਾਡੀ ਪ੍ਰੇਅਰ ਸਰਵਿਸ ਹੈਗੀ ਇੱਥੇ, ਤੁਸੀਂ ਆਉਂਦੇ ਹੋ ਆਪਣੇ ਮਨ ਦੀ ਸ਼ਾਂਤੀ ਲਈ ਆਉਂਦੇ ਹੋ। ਜਿਹੜੇ ਗੁਰਦੁਆਰੇ ਦੇ ਰਿਸੋਰਸਿਸ ਹੈਗੇ ਉਹ ਪਰਸਨਲ ਯੂਜ਼ ਲਈ ਅਸੀਂ ਨਾ ਯੂਜ਼ ਕਰੀਏ ਤਾਂ ਚੰਗਾ ਰਹੇਗਾ ਸਾਡੇ ਲਈ, ਕਿਉਂਕਿ ਉਹ ਜਿਹੜਾ $1000 ਦਾ ਭਾਰ ਨਹੀਂ ਤਾਂ ਫਿਰ ਉਹ ਗੁਰਦੁਆਰੇ 'ਤੇ ਪਏਗਾ ਕਿਸੇ ਬੰਦੇ ਦੇ ਪਰਸਨਲ ਯੂਜ਼ ਕਰਕੇ। ਤੇ ਇੱਕ ਸੂਚਨਾ ਹੋਰ ਸੀਗੀ ਜੀ, ਟਰੱਕ ਪਾਰਕਿੰਗ ਦਾ 1-2 ਵਾਰੀ ਪਿਛਲੇ ਮਹੀਨੇ ਵੀ ਨੋਟਿਸ ਕੀਤਾ ਗਿਆ ਕਿ 1-2 ਟਰੱਕ ਪਾਰਕ ਹੋਏ ਸੀ ਇੱਥੇ। ਤੇ ਮੇਰੀ ਸਾਰਿਆਂ ਅੱਗੇ ਗੁਰਦੁਆਰੇ ਦੀ ਕਮੇਟੀ ਵੱਲੋਂ ਬੜੀ ਨਿਮਰਤਾ ਸਹਿਤ ਬੇਨਤੀ ਹੈ ਜੀ ਕਿ ਗੁਰਦੁਆਰਾ ਸਾਰਿਆਂ ਦਾ ਸਾਂਝਾ, ਤੇ ਜਿਹੜੇ ਟਰੱਕ ਮੈਂਬਰ ਨੇ ਉਹ ਵੀ ਸਾਡੇ ਸੰਗਤ ਮੈਂਬਰ ਨੇ। ਔਰ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਿੰਨੇ ਕੁ ਟਰੱਕ ਮੈਂਬਰ ਹੈਗੇ ਨੇ, ਮੈਂ ਮੋਸਟਲੀ ਤਕਰੀਬਨ ਸਾਰਿਆਂ ਨੂੰ ਜਾਣਦਾ। ਕੋਈ ਵੀ ਦਿਲੋਂ ਗੁਰਦੁਆਰੇ ਦਾ ਮਾੜਾ ਨਹੀਂ ਚਾਹੁੰਦਾ, ਕੋਈ ਕਈ ਵਾਰੀ ਜਾਣੇ ਅਣਜਾਣੇ ਕਦੀ ਹੋ ਜਾਂਦਾ। ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਕਮਰਸ਼ੀਅਲ ਲੋਡਿੰਗ ਜਿਹੜੀ ਹੈਗੀ ਅਨਲੋਡਿੰਗ ਇੱਥੇ ਨਾ ਕਰੀਏ, ਕਿਉਂਕਿ ਸਾਡੀ ਜਿਹੜੀ ਸੁਸਾਇਟੀ ਹੈਗੀ ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ। ਜੇ ਕਿਤੇ ਰਿਪੋਰਟਿੰਗ ਹੋ ਗਈ ਕਮਰਸ਼ੀਅਲ ਲੋਡਿੰਗ ਅਨਲੋਡਿੰਗ ਦੀ ਤਾਂ ਜਿਹੜਾ ਸਾਡਾ ਨਾਨ ਪ੍ਰੋਫਿਟ ਦਾ ਸਟੇਟਸ ਆ ਉਹ ਜਾਂਦਾ ਲੱਗੇਗਾ ਫਿਰ। ਸੋ ਫਿਰ ਮੈਂ ਨਹੀਂ ਚਾਹੁੰਦਾ ਕਿ ਕਿਸੇ ਮੈਂਬਰ ਦੇ ਉੱਤੇ ਉਹ ਇਲਜ਼ਾਮ ਲੱਗੇ ਜਾਂ ਕਿਸੇ ਮੈਂਬਰ ਨੂੰ ਮਤਲਬ ਉਹ ਜਿਹੜਾ ਦੁੱਖ ਆਪਣੇ ਦਿਲ ਤੇ ਚੱਕਣਾ ਪਵੇ ਜਿਹਦੇ ਕਰਕੇ ਗੁਰਦੁਆਰੇ ਦਾ ਨੁਕਸਾਨ ਹੋਵੇ। ਤੇ ਇੱਕ ਗੱਲ ਤੁਸੀਂ ਹੋਰ ਦੇਖੀ ਹੋਗੀ ਕਿ ਪਾਣੀ ਕਾਫੀ ਸੰਗਤ ਮੈਂਬਰਾਂ ਨੇ ਪਾਣੀ ਦੀਆਂ ਕਾਫੀ ਬੋਤਲਾਂ ਲਿਆ ਕੇ ਬਾਹਰ ਰੱਖੀਆਂ ਹੈਗੀਆਂ। ਤੇ ਬੇਨਤੀ ਹੈਗੀ ਆ ਕਿ ਜਿਹੜਾ ਪਾਣੀ ਹੈਗਾ ਉਹਨੂੰ ਥੋੜਾ ਸੰਜਮ ਨਾਲ ਯੂਜ਼ ਕਰੀਏ, ਬੇਕਾਰ ਨਾ ਕਰੀਏ। ਜੇ ਕਿਸੇ ਨੇ ਬੋਤਲ ਲੈਣੀ ਹੈ ਤਾਂ ਪੂਰੀ ਬੋਤਲ ਪੀਵੇ, ਜਾਂ ਤਾਂ ਫਿਰ ਆਪਣੇ ਨਾਲ ਪਰਿਵਾਰ ਨਾਲ ਸ਼ੇਅਰ ਕਰ ਲੈ। ਤੇ ਇਦਾਂ ਨਾ ਹੋਵੇ ਕਿ 2 ਘੁੱਟ ਪਾਣੀ ਦੇ ਪੀ ਕੇ ਤਾਂ ਬੋਤਲ ਉੱਦਾਂ ਦੀ ਉੱਦਾਂ ਹੀ ਕੋਈ ਬੰਦਾ ਸਿੱਟਦਾ। ਤੇ ਕਿਉਂਕਿ ਜੇ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਜਿਹੜਾ ਪਾਣੀ ਹੈਗਾ ਇਹ ਵਨ ਆਫ ਦਾ ਬਿਗੇਸਟ ਰਿਸੋਰਸ ਹੈਗਾ ਇਸ ਵੇਲੇ ਦੁਨੀਆ ਦੇ ਵਿੱਚ। ਕੈਨੇਡਾ ਕੋਲ ਫਰੈਸ਼ ਵਾਟਰ ਰਿਸੋਰਸਿਸ ਸਾਰਿਆਂ ਤੋਂ ਜ਼ਿਆਦਾ। US ਵਾਲੇ ਉਹਨੂੰ ਕਹਿ ਰਹੇ ਕਿ ਸਾਨੂੰ ਫਰੈਸ਼ ਵਾਟਰ ਰਿਸੋਰਸ ਦੇ ਦਿਓ, ਔਰ ਕੈਨੇਡਾ ਵਾਲੇ ਨਹੀਂ ਦੇ ਰਹੇ। ਇਹ ਆਮ ਇਹ ਗੱਲ ਕਹੀ ਗਈ ਹੈ ਕਿ ਜਦੋਂ ਤੀਜੀ ਕਿਤੇ ਵਰਲਡ ਵਾਰ ਹੋਈ ਨਾ, ਉਹ ਪਾਣੀ ਦੇ ਰਿਸੋਰਸ ਕਰਕੇ ਹੋਏਗੀ ਜੇ ਹੋਏਗੀ, ਕਿਉਂਕਿ ਲੋਕਾਂ ਕੋਲ ਪਾਣੀ ਦਾ ਰਿਸੋਰਸ ਜਿਹੜਾ ਉਹ ਘਟਦਾ ਜਾ ਰਿਹਾ। ਪੰਜਾਬ ਦੀ ਹਾਲਤ ਤੋਂ ਗੁੱਝੀ ਹੈ ਕੋਈ ਨਹੀਂ। ਜੋ ਪੰਜਾਬ 'ਚ ਹੋ ਰਿਹਾ ਤੁਹਾਨੂੰ ਉਹਦੇ ਬਾਰੇ ਸਾਰਿਆਂ ਨੂੰ ਪਤਾ ਹੈਗਾ ਇਸ ਗੱਲ ਦਾ। ਤੇ ਪੰਜਾਬੀ ਸਕੂਲ ਦੀ ਆਪਾਂ ਪਿਛਲੀ ਵਾਰੀ ਮੈਂ ਅਨਾਉਂਸ ਕੀਤਾ ਸੀਗਾ ਜੀ, ਤੇ ਮੈਨੂੰ ਉਹਦਾ ਕਾਫੀ ਹੁੰਗਾਰਾ ਮਿਲਿਆ। ਤੇ ਮੈਂ ਇੱਕ ਵਾਰੀ ਫਿਰ ਬੇਨਤੀ ਕਰੂੰਗਾ ਕਿ ਸਤੰਬਰ ਦੇ ਵਿੱਚ ਯੂਜ਼ਲੀ ਜਦੋਂ ਸਕੂਲ ਸੈਸ਼ਨ ਸਟਾਰਟ ਹੁੰਦਾ ਉਦੋਂ ਹੀ ਪੰਜਾਬੀ ਸਕੂਲ ਵੀ ਸਟਾਰਟ ਹੁੰਦਾ। ਤੇ ਅਰਜ਼ ਸੰਗਤ ਸਾਹਮਣੇ ਇਹ ਹੈਗੀ ਆ ਕਿ ਬੱਚਿਆਂ ਦੇ ਨਾਂ ਐਨਰੋਲ ਕਰੋ ਤੇ ਟੀਚਰਾਂ ਦੇ ਨਾਂ ਵੀ ਐਨਰੋਲ ਕਰੋ ਨਾਲ, ਕਿਉਂਕਿ ਜੇ ਬੱਚੇ ਆਉਣਗੇ ਤਾਂ ਸਾਨੂੰ ਫਿਰ ਟੀਚਰਾਂ ਦੀ ਵੀ ਲੋੜ ਹੋਏਗੀ। ਯੂਜ਼ਲੀ ਸਾਡੇ ਕੋਲ 5-7 ਟੀਚਰ ਪਹਿਲਾਂ ਹੁੰਦੇ ਸੀਗੇ। ਮੈਂ ਵੀ ਬੱਚਿਆਂ ਨੂੰ ਪੜ੍ਹਾਇਆ 5-7 ਸਾਲ ਪਹਿਲਾਂ, 5 ਸਾਲ ਪੜ੍ਹਾਇਆ ਮੈਂ ਵੀ। ਤੇ ਟੀਚਰਾਂ ਦੀ ਕਾਫੀ ਲੋੜ ਹੈਗੀ ਆ। ਸੋ ਇਸ ਕਰਕੇ ਜੇ ਬੱਚੇ ਆਉਣਗੇ ਤਾਂ ਸਾਨੂੰ ਟੀਚਰਾਂ ਦੀ ਵੀ ਲੋੜ ਪਏਗੀ। ਪਲੀਜ਼ ਬੱਚਿਆਂ ਦੇ ਨਾਲ ਆਪਣੇ ਨਾਮ ਵੀ ਤੁਸੀਂ ਐਨਰੋਲ ਕਰਾਓ ਜੇ ਤੁਸੀਂ ਪੜ੍ਹਾ ਸਕਦੇ ਹੋ ਪੰਜਾਬੀ। ਤੇ ਇਹਨੂੰ ਥੋੜ੍ਹਾ ਜਿਹਾ ਹੋਰ ਵਧੀਆ ਕਰਨ ਲਈ ਮੇਰੀ ਕੋਸ਼ਿਸ਼ ਇਹ ਹੈਗੀ ਆ ਕਿ ਨਾਲ ਮੈਥ ਸਾਇੰਸ ਜਿਹੜਾ ਹੈਗਾ ਉਹ ਵੀ ਨਾਲ ਸ਼ੁਰੂ ਕੀਤਾ ਜਾਏ, ਕਿਉਂਕਿ ਬੱਚਿਆਂ ਨੂੰ ਇਕੱਲੀ ਪੰਜਾਬੀ ਦੇ ਨਾਂ 'ਤੇ ਤੁਸੀਂ ਗੁਰਦੁਆਰੇ ਨਹੀਂ ਲਿਆ ਸਕਦੇ। ਉਹ ਕਈ ਵਾਰੀ ਮੁਸ਼ਕਿਲ ਹੋ ਜਾਂਦਾ, ਕਿਉਂਕਿ ਬੱਚਿਆਂ ਨੂੰ ਇਹ ਲੱਗਦਾ ਕਿ ਪੰਜਾਬੀ ਮੈਂ ਯੂਜ਼ ਕਿੱਥੇ ਕਰਨੀ ਹੈ। ਤੇ ਜਦੋਂ ਮੈਥ ਸਾਇੰਸ ਨਾਲ ਹੋਏਗਾ, ਉਹਨਾਂ ਨੂੰ ਹੋਮਵਰਕ 'ਚ ਦੀ ਹੈਲਪ ਹੋਏਗੀ, ਦੈਨ ਉਹ ਫਿਰ ਜਿਹੜੇ ਬੱਚੇ ਆ ਉਹ ਗੁਰਦੁਆਰੇ ਆਉਣਗੇ, ਉਹਨਾਂ ਨੂੰ ਲੱਗੇਗਾ ਕਿ ਸਾਡੀ ਇੱਥੇ ਹੈਲਪ ਹੈਗੀ ਆ। ਸੋ ਉਹ ਇੱਕ ਹੈਲਪਿੰਗ ਹੈਂਡ ਇੱਥੇ ਗੁਰਦੁਆਰੇ ਅਵੇਲੇਬਲ ਹੋਏਗਾ ਤਾਂ ਜਿਹੜੇ ਬੱਚੇ ਉਹ ਵੀ ਗੁਰਦੁਆਰੇ ਆਉਣਗੇ ਮੋਰ ਆਫਨਲੀ। ਤੇ ਸਾਧ ਸੰਗਤ ਜੀ, ਸਾਡਾ ਇੱਕ ਦਸਤੂਰ ਹੈਗਾ ਗੁਰਦੁਆਰੇ ਦਾ, ਸਾਡੀ ਇੱਥੇ ਰਿਵਾਜ ਹੈਗਾ ਕਿ ਜਦੋਂ ਵੀ ਕੋਈ ਨਵਾਂ ਸੰਗਤ ਮੈਂਬਰ ਆਉਂਦਾ ਹੈ ਤੇ ਅਸੀਂ ਹਮੇਸ਼ਾ ਉਹਨਾਂ ਨੂੰ ਸੰਗਤ ਦੇ ਰੂਬਰੂ ਕਰਾਉਂਦੇ ਹਾਂ। ਤੇ ਸਾਡੇ ਬਹੁਤ ਹੀ ਗੁਰੂ ਘਰ ਦੇ ਪ੍ਰੇਮੀ ਸਰਦਾਰ ਸਰਬਜੀਤ ਸਿੰਘ ਤੇ ਬੀਬਾ ਰਣਵੀਰ ਕੌਰ, ਇਹਨਾਂ ਦੇ ਰਿਸ਼ਤੇਦਾਰ ਆਏ ਨੇ ਨਿਊਜ਼ੀਲੈਂਡ ਤੋਂ। ਤਾਂ ਭਾਈ ਸਾਹਿਬਾਨ ਦਾ ਨਾਮ ਹੈ ਜੀ ਕਰਨਵੀਰ ਸਿੰਘ, ਤੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਖੜੇ ਹੋ ਕੇ ਸੰਗਤ ਦੇ ਨਾਲ ਫਤਿਹ ਦੀ ਸਾਂਝ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਧ ਸੰਗਤ ਜੀ, ਇੱਕ ਬੇਨਤੀ ਹੋ ਰਿਹਾ ਜੀ, ਕਿਸੇ ਬੀਬੀ ਦਾ ਕਾਲੇ ਰੰਗ ਦਾ ਪਰਸ ਜਿਹੜਾ ਹੈਗਾ ਉਹ ਕਿਤੇ ਬਾਹਰ ਰਹਿ ਗਿਆ ਹੈਗਾ, ਤੇ ਉਹ ਕਿਸੇ ਨੇ ਲੱਭਿਆ ਹੈਗਾ, ਤੇ ਉਹ ਜਿਹੜੇ ਆਪਣੇ ਕੈਸ਼ੀਅਰ ਸਾਹਿਬ ਜਾਂ ਜਿੱਥੇ ਟੇਬਲ ਹੁੰਦਾ ਉੱਥੇ ਪਰਸ ਪਿਆ ਹੈਗਾ। ਤੇ ਪਲੀਜ਼ ਜਿਹਦਾ ਵੀ ਪਰਸ ਹੈਗਾ ਤੇ ਉਹ ਕੈਸ਼ੀਅਰ ਸਾਹਿਬ ਕੋਲੋਂ ਜਾ ਕੇ ਲੈ ਸਕਦੇ ਨੇ। ਤੇ ਅੱਜ ਇੰਨੀਆਂ ਕੀ ਸੂਚਨਾਵਾਂ ਸਨ ਜੀ, ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨੀਆਂ। ਜੇ ਮੇਰੇ ਕੋਲੋਂ ਕੋਈ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮੈਂ ਮਾਫੀ ਚਾਹੂੰਗਾ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਗੁਰੂ ਕੀ ਸੰਗਤਾਂ, ਗੁਰੂ ਦਾ ਲੰਗਰ ਤਿਆਰ ਹੈ। ਸਾਰੇ ਸ਼ਬਦ ਦਾ ਪਾਠ ਕਰਨ, ਸਾਰੇ ਸਾਧਨ ਜੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਠੀਕ ਹੈ ਉਹ ਵੀ ਠੀਕ।